द्रोण अकैडमी चैनल ते सारे कैंਡੀਡੇਟਸ ਦਾ ਸਵਾਗਤ ਹੈ ਬਈ। ਅੱਜ ਇੱਕ ਮੈਂ ਮਸਲਾ ਲੈ ਕੇ ਆਇਆ। ਸਾਰੇ ਕੈਂਡੀਡੇਟ ਜਿਹੜੇ ਕਾਫੀ ਦਿਨਾਂ ਤੋਂ ਪੁੱਛ ਰਹੇ ਸੀ ਕਿ ਸਰ ਸਾਡਾ ਕਿੰਨਾ ਚਾਂਸ ਬਣਦਾ ਹੈ, ਸਾਡਾ ਕਿੰਨਾ ਚਾਂਸ ਬਣਦਾ ਹੈ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਲਗਭਗ ਸਾਰੀ ਜਿੰਨੀ ਵੀ ਭਾਵੇਂ ਕੋਈ 6635 ਵਾਲਾ ਜਾਂ 5994 ਵਾਲਾ ਹੈ, ਉਹਨਾਂ ਦੇ ਸਾਰੇ ਕੈਂਡੀਡੇਟਸ ਦਾ ਅੱਜ ਇਸ ਵੀਡੀਓ ਦੇ ਥਰੂ ਪੱਕਾ ਡਾਊਟ ਕਲੀਅਰ ਹੋ ਜਾਏਗਾ। ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ। ਜੇਕਰ ਤੁਹਾਡੇ ਲਈ ਲਾਹੇਵੰਦ ਹੈ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਅਤੇ ਆਪਣੇ ਨੀਅਰ ਡੀਅਰ ਵਨ ਜਿਨ੍ਹਾਂ ਦੇ ਲਈ ਇਹ ਲਾਹੇਵੰਦ ਹੋ ਸਕਦੀ ਹੈ ਅਤੇ ਉਹਨਾਂ ਨਾਲ ਇਹਨੂੰ ਸ਼ੇਅਰ ਵੀ ਜ਼ਰੂਰ ਕਰੋ। ਸੋ ਹੁਣ ਅੱਜ ਆਪਾਂ ਦੱਸਣ ਜਾ ਰਹੇ ਹਾਂ ਕਿ ਲਗਭਗ ਮੋਟੇ ਆਪਾਂ ਹਿਸਾਬ ਲਾਵਾਂਗੇ, ਜ਼ਿਆਦਾ ਟਾਈਮ ਇਹ ਲੰਬੀ ਨਹੀਂ ਕਰਾਂਗੇ ਵੀਡੀਓ ਨੂੰ, ਕਿ ਆਪਣੇ ਕੋਲ ਇਹ ਕੈਟਾਗਰੀਆਂ ਲਗਭਗ ਨੇ ਜਿਹੜੀ ਕੰਪੀਟੀਸ਼ਨ ਦੇ ਵਿੱਚ ਹੁੰਦੀਆਂ ਨੇ। ਸੋ ਹੁਣ ਇਹਨਾਂ ਕੈਟਾਗਰੀਜ਼ ਦਾ ਅਗਰ ਆਪਾਂ ਗੱਲ ਕਰੀਏ ਤਾਂ ਅੱਜ ਤੋਂ ਥੋੜ੍ਹੇ ਦਿਨ ਪਹਿਲਾਂ ਜੇਕਰ ਆਪਾਂ EWS ਨੂੰ ਭੁੱਲ ਜਾਈਏ ਤਾਂ ਆਪਣੀ ਰੇਸ਼ੋ ਹੁੰਦੀ ਸੀ 49:50, ਇਹਦੇ 51। ਤਾਂ ਇਹਦੇ ਵਿੱਚ ਇਹ ਵੰਡੀ ਹੁੰਦੀ ਸੀ ਆਪਣੀ ਕੈਟਾਗਰੀ ਸਾਰੀ ਦੀ ਸਾਰੀ ਵੈਕੈਂਸੀਜ਼ ਜੋ ਵੀ ਪੰਜਾਬ ਦੇ ਵਿੱਚ ਨਿਕਲਦੀਆਂ ਸੀ। 49% ਸੀ ਅਨਰਿਜ਼ਰਵਡ ਕੈਟਾਗਰੀ ਅਤੇ 51 ਸੀ ਜਿਹੜੀ ਇਹ ਰਿਜ਼ਰਵਡ ਕੈਟਾਗਰੀ ਹੁੰਦੀ ਸੀ। ਸੋ ਇਸ ਦੇ ਤਰੀਕੇ ਨਾਲ ਵੰਡੀ ਹੋਈ ਸੀ। ਪਰੰਤੂ ਹੁਣ ਜਦੋਂ ਆਪਣੇ ਕੋਲ ਇੱਕ EWS ਵੀ ਹੋਰ ਆ ਗਈ ਹੈ ਤਾਂ ਇਸੇ ਨੂੰ ਜਿਹੜੀ ਅਨਰਿਜ਼ਰਵਡ ਕੈਟਾਗਰੀ ਤੋਂ ਕੱਢ ਕੇ ਇਸ ਨੂੰ 10% ਇਹਨੂੰ ਮਿਲ ਗਿਆ। ਤਾਂ ਹੁਣ ਜਿਹੜੀ ਅਨਰਿਜ਼ਰਵਡ ਕੈਟਾਗਰੀ ਹੈ, ਠੀਕ ਹੈ, ਉਸ ਦੇ ਵਿੱਚ ਓਨਲੀ 39% ਜਿਹੜਾ ਹੈ ਕੋਟਾ ਰਹਿ ਗਿਆ ਹੈ। ਹੁਣ ਮੈਂ ਇਹ ਦੱਸਦਾ, ਦੇਖੋ ਹੁਣ ਮੈਂ ਸਾਰੀ ਬਾਰੀ SC ਅਤੇ BC ਦੀ ਵੀ ਗੱਲ ਕਰੂੰਗਾ, EWS ਦੀ ਵੀ ਕਰੂੰਗਾ ਅਤੇ ਜਨਰਲ ਦੀ ਵੀ ਗੱਲ ਕਰੂੰਗਾ। ਸੋ ਕਿਸੇ ਨੇ ਇਹ ਨਹੀਂ ਲੈਣਾ ਕਿ ਕਿਸੇ ਇੱਕ ਪਰਟੀਕੂਲਰ ਜਾਤੀ ਦੀ ਗੱਲ ਕਰ ਰਿਹਾ ਇਸ ਦੇ ਵਿੱਚ, ਅਤੇ ਸਾਰੇ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਵੀਡੀਓ ਦੇ ਥਰੂ ਤੁਹਾਨੂੰ ਕਾਫੀ ਕੁਝ ਜਾਣਕਾਰੀ ਮਿਲਣ ਵਾਲੀ ਹੈ। ਜਿਵੇਂ ਕਿ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਆਪਾਂ SC ਦੀ ਗੱਲ ਕਰਦੇ ਹਾਂ। ਦੇਖੋ ਪਹਿਲਾਂ SC ਅਤੇ BC ਦਾ ਲਗਭਗ ਇੱਕ ਕੋਟਾ ਹੁੰਦਾ ਸੀ ਬਹੁਤ ਪਹਿਲਾਂ, ਲੇਕਿਨ ਉਹਨਾਂ ਨੇ ਅਲੱਗ ਡਿਵਾਈਡ ਕਰਤਾ। ਹੁਣ SC ਨੂੰ ਵੀ ਦੋ ਹਿੱਸਿਆਂ ਦੇ ਵਿੱਚ ਵੰਡਤਾ। ਜਿਵੇਂ ਕਿ ਆਪਾਂ ਗੱਲ ਕਰਦੇ ਹਾਂ SC ਨੂੰ ਕਰਤਾ, ਇੱਕ ਤਾਂ RO ਅਤੇ ਇੱਕ ਹੋ ਗਿਆ MB। ਇਹ ਦੋ ਕੋਟਿਆਂ ਦੇ ਵਿੱਚ ਇਹਨਾਂ ਨੂੰ ਵੰਡ ਦਿੱਤਾ ਗਿਆ। ਹੁਣ ਜਿਹੜਾ MB ਹੈ ਇਸ ਨੂੰ ਬਹੁਤ ਜ਼ਿਆਦਾ ਮਿਲਿਆ, ਜਦ ਕਿ RO ਨੂੰ ਇੰਨਾ ਬੈਨੀਫਿਟ ਨਹੀਂ ਮਿਲਿਆ ਇਸ ਚੀਜ਼ ਦਾ, ਕਿਉਂਕਿ ਇਹਨਾਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਣ ਨਾਲ। ਹੁਣ ਜੇਕਰ ਤੁਸੀਂ ਪਿਛਲੀ ਕੋਈ ਵੀ ਦੇਖੋਗੇ ਕੈਟਾਗਰੀ, ਪਿਛਲੀ ਕੋਈ ਵੀ ਭਰਤੀ ਸੀ ਕਿਸੇ ਵੀ ਰਿਲੇਟਡ ਦੀ, RO ਦੀ ਜਿਹੜੀ ਹੈ ਉਹ ਲਗਭਗ BC ਤੋਂ ਥੋੜ੍ਹੀ ਜਿਹੀ ਡਾਊਨ ਹੀ ਹੁੰਦੀ ਹੈ, ਜਿਹੜੀ RO ਦੀ ਜਿਹੜੀ ਮੈਰਿਟ ਹੁੰਦੀ ਹੈ। ਪਰੰਤੂ MB ਦੀ ਜੇਕਰ ਤੁਸੀਂ ਮੈਰਿਟ ਡਾਊਨ ਦੇਖੋ ਤਾਂ ਇਹ ਕਾਫੀ ਡਾਊਨ ਹੋ ਜਾਂਦੀ ਹੈ। ਤਾਂ ਇਹਨਾਂ ਦੋਨਾਂ ਦੇ ਵਿੱਚ ਵੀ ਕਾਫੀ ਡਿਫਰੈਂਸ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ SC ਅਤੇ SC MB ਅਤੇ RO ਦੇ ਵਿੱਚ ਵੀ ਤੁਹਾਨੂੰ ਕਾਫੀ ਦੇਖਣ ਨੂੰ MB ਦੀ ਕੋਈ ਵੀ ਮੈਰਿਟ ਮੰਨ ਲਓ 50 ਜਾ ਰਹੀ ਹੈ ਨਾ, ਤਾਂ ਜਿਹੜੀ RO ਹੈ ਨਾ ਉਸ ਦੀ ਮੈਰਿਟ ਹਮੇਸ਼ਾ ਹੀ ਉੱਪਰ ਰਹੇਗੀ, ਲਗਭਗ ਤੁਸੀਂ ਮੰਨ ਕੇ ਚੱਲੋ 55 ਦੇ ਨੇੜੇ ਤੇੜੇ ਰਹਿੰਦੀ ਹੁੰਦੀ ਹੈ। ਸੋ ਇੱਕ ਐਵਰੇਜ ਦੱਸ ਰਿਹਾ ਮੈਂ ਤੁਹਾਨੂੰ ਕਿ ਇਹਨਾਂ ਦੋਨਾਂ ਕੈਟਾਗਰੀ ਦੇ ਵਿੱਚ ਇਹ ਹੈ। ਹਾਲਾਂਕਿ SC ਇੱਕ ਕੈਟਾਗਰੀ ਸੀ, ਪਰ ਹੁਣ ਦੋਨਾਂ ਨੂੰ 10% ਦਿੱਤਾ ਹੋਇਆ ਹੈ ਕੈਟਾਗਰੀਜ਼ ਦਾ, ਠੀਕ ਹੈ। ਇਹਨਾਂ ਨੂੰ ਵੀ 10% ਹੈ ਅੱਜ ਦੀ ਡੇਟ ਦੇ ਵਿੱਚ, ਅਤੇ BC ਨੂੰ ਵੀ 10% ਹੈ, ਅਤੇ SC ਦੇ MB ਅਤੇ ਦੋਵਾਂ ਨੂੰ ਮਿਲਾ ਕੇ ਇਹਦਾ 20% ਬਣ ਜਾਂਦਾ ਹੈ, ਠੀਕ ਹੈ। ਅਤੇ ਹੁਣ ਜਿਹੜੀ BC ਹੈ ਇਹਦਾ ਕੀ ਹੈ, ਇਹਦਾ ਜਿਹੜੇ ਜਨਰਲ ਹੈ ਜਾਂ ਅਨਰਿਜ਼ਰਵਡ ਕੈਟਾਗਰੀ ਹੈ, ਠੀਕ ਹੈ। ਅਨਰਿਜ਼ਰਵਡ ਕੈਟਾਗਰੀ ਤੋਂ ਜਸਟ ਡਾਊਨ ਇਹਦੀ ਹੀ BC ਦੀ ਹੁੰਦੀ ਹੈ। ਇਹਦੀ ਲਗਭਗ ਮੈਂ ਕਹਿੰਦਾ 2 ਜਾਂ 3 ਜਿਹੜੇ ਨੰਬਰ ਨੇ ਉਹੀ ਘੱਟ ਡਾਊਨ ਰਹਿੰਦੀ ਹੈ ਬਸ BC ਦੀ, ਕਿਉਂਕਿ ਇਹ 10% ਹੈ ਅਤੇ BC ਆ ਹੀ ਜਾਂਦੇ ਨੇ ਉਹਦੇ ਵਿੱਚ 2 ਜਾਂ 3 ਨੰਬਰਾਂ ਦੇ ਵਿੱਚ ਸਾਰੇ ਜਿੰਨੇ ਹੁੰਦੇ ਨੇ। ਪਰ RO ਦੀ ਇਹਦੇ ਤੋਂ ਵੀ ਘੱਟ ਜਾਂਦੀ ਹੈ BC ਦੀ, ਅਤੇ ਜਿਹੜੇ MB ਨੇ ਇਹਦੀ ਸਾਰਿਆਂ ਤੋਂ ਘੱਟ ਜਾਂਦੀ ਹੈ ਅਗਰ ਇਹਨਾਂ ਸਾਰੀ ਕੈਟਾਗਰੀਜ਼ ਦੀ ਗੱਲ ਕਰੀਏ। ਹੁਣ ਆਪਾਂ ਗੱਲ ਆ ਜਾਂਦੀ ਹੈ ਆਪਣੀ ਜਰਨਲ ਦੇ ਵਿੱਚ। ਹੁਣ ਆਪਣੀ ਗੱਲ ਆ ਜਾਂਦੀ ਹੈ ਜਨਰਲ ਕੈਟਾਗਰੀ ਦੀ। ਜਨਰਲ ਕੈਟਾਗਰੀ ਵਾਸਤੇ ਕੋਈ ਵੀ ਰਿਜ਼ਰਵੇਸ਼ਨ ਨਹੀਂ ਹੈ, ਕੋਈ ਵੀ ਇਸ ਦੀ ਉਹ ਨਹੀਂ ਹੈ ਕਿ ਇਹ ਇਹਨੂੰ ਇੰਨੇ %, ਜਿਵੇਂ SC ਨੂੰ 20% ਹੈ, ਇਹਨੂੰ 10% ਹੈ, EVS ਨੂੰ ਵੀ 10% ਹੈ, ਅਤੇ ਐਕਸ ਸਰਵਿਸਮੈਨ ਨੂੰ ਪੰਜਾਬ ਦੇ ਵਿੱਚ 13% ਹੈ, ਠੀਕ ਹੈ। ਸੋ ਇਹਨਾਂ ਕੈਟਾਗਰੀ ਨੂੰ ਵੀ ਹੈ। ਜਰਨਲ ਜਿਹੜੀ ਕੈਟਾਗਰੀ ਹੈ, ਜਿਹੜੇ ਵੀ ਕੈਂਡੀਡੇਟ ਜਰਨਲ ਦੇ ਵਿੱਚ ਆਉਂਦੇ ਨੇ ਉਹਨਾਂ ਵਾਸਤੇ ਕੋਈ ਰਿਜ਼ਰਵੇਸ਼ਨ ਨਹੀਂ ਹੈਗੀ। ਸੋ ਉਹਨਾਂ ਵਾਸਤੇ ਆਪਾਂ ਇੱਕ ਛੋਟੀ ਜਿਹੀ ਮੈਂ ਇੱਧਰ ਗੱਲ ਕਰੂੰਗਾ ਕਿ ਜਿਹੜੀ ਵੀ ਕੈਟਾਗਰੀਜ਼ ਦੇ ਵਿੱਚ ਉੱਪਰ ਹੁੰਦੇ ਨੇ ਜਿਹੜੇ ਉਹ ਜਨਰਲ ਕੈਟਾਗਰੀਜ਼ ਜਿਹੜੀ 39% ਹੈ ਨਾ, ਉਹਨੂੰ ਜ਼ਿਆਦਾਤਰ ਕੈਂਡੀਡੇਟ ਇਹ ਸੋਚ ਲੈਂਦੇ ਨੇ ਇਹ ਜਨਰਲ ਕੈਟਾਗਰੀ ਹੈ। ਜ਼ਿਆਦਾ 39% ਵਾਲਾ ਜਿਹੜਾ ਇਹਨੂੰ ਇਹ ਸੋਚ ਲੈਂਦੇ ਨੇ ਕਿ ਇਹ ਜਨਰਲ ਕੈਟਾਗਰੀ ਦਾ ਕੋਟਾ ਹੈ।
परंतु कोटा ਉਹ ਹੁੰਦਾ ਜੇ ਉਸ ਦੇ ਵਿੱਚ ਜਨਰਲ ਹੀ ਸਿਰਫ ਹੋਣ। ਇਹ ਇਸ ਲਈ ਸਰਕਾਰ ਨੇ ਹੁਣ ਇਹਨੂੰ ਜਨਰਲ ਕੈਟਾਗਰੀ ਨਾ ਦੇ ਕੇ ਅਨਰਿਜ਼ਰਵਡ ਕੋਟਾ ਕਰਤਾ ਇਹਨੂੰ। ਅਨਰਿਜ਼ਰਵਡ ਕਿ 39% ਜਿਹੜਾ ਕੋਟਾ ਹੈ ਇਹ ਅਨਰਿਜ਼ਰਵਡ ਹੈ। ਇਸ ਦੇ ਵਿੱਚ ਭਾਵੇਂ ਕੋਈ ਜਨਰਲ ਹੈ, SC ਹੈ, BC ਹੈ, EWS ਹੈ, ਮਤਲਬ ਐਕਸ ਸਰਵਿਸਮੈਨ ਵੀ ਇਹਦੇ ਵਿੱਚ ਆ ਸਕਦਾ ਅਗਰ ਏਜ ਲਿਮਿਟ ਉਹ ਪੂਰੀ ਕਰ ਸਕਦਾ। ਸੋ ਸਾਰੇ ਦੇ ਸਾਰਿਆਂ ਵਾਸਤੇ ਇਹ ਜਿਹੜਾ 39% ਕੋਟਾ ਹੈ, ਜਾਂ ਅਦਰ ਸਟੇਟਸ ਵਾਲੇ ਵੀ ਇਸੇ ਦੇ ਵਿੱਚ ਆਉਂਦੇ ਨੇ। ਠੀਕ ਹੈ, ਅਦਰ ਸਟੇਟਸ ਦਾ ਹੋਰ ਇਹ ਥੱਲੇ ਵਾਲਿਆਂ ਨੂੰ ਕੋਈ ਵੀ ਨੁਕਸਾਨ ਨਹੀਂ ਹੈਗਾ। ਸਭ ਤੋਂ ਵੱਡਾ ਨੁਕਸਾਨ ਹੁੰਦਾ ਜਨਰਲ ਨੂੰ, ਤਾਂ ਕਿਉਂਕਿ ਇਹ ਓਪਨ ਇਹ ਅਨਰਿਜ਼ਰਵਡ ਕੈਟਾਗਰੀਜ਼ ਦੇ ਵਿੱਚ ਆਉਂਦੇ ਨੇ। ਓਪਨ ਕਹਿ ਲਓ ਜਾਂ ਇਹਨੂੰ ਅਨਰਿਜ਼ਰਵਡ ਕਹਿ ਲਓ। ਸੋ ਸਭ ਤੋਂ ਵੱਧ ਨੁਕਸਾਨ ਬਾਹਰ ਅਦਰ ਸਟੇਟਸ ਦਾ ਵੀ ਜਨਰਲ ਨੂੰ ਹੀ ਹੁੰਦਾ ਹੈ। ਸੋ ਹੁਣ ਆਪਾਂ ਗੱਲ ਕਰਾਂਗੇ 59-94 ਦੀ। 59-94 ਦੀ ਦੇਖੋ 3000 ਪੋਸਟਾਂ ਮੰਨ ਕੇ ਚੱਲੋ, ਕਿਉਂਕਿ ਜਿਹੜੀ 2994 ਪੋਸਟਾਂ ਨੇ ਉਹਨਾਂ ਨੂੰ ਤਾਂ ਬੈਕਲੋਗ ਦੀਆਂ ਨੇ, ਉਹਨੇ ਉਸ ਦੀ ਆਪਾਂ ਗੱਲ ਨਹੀਂ ਕਰਾਂਗੇ। ਤਾਂ ਹੁਣ ਜਨਰਲ ਦੇ ਹਿੱਸੇ ਦੇ ਜਿਹੜੀ ਅਨਰਿਜ਼ਰਵਡ ਕੈਟਾਗਰੀ ਹੈ, ਹੁਣ ਆਪਾਂ ਜਨਰਲ ਨੂੰ ਆਪਾਂ ਅਨਰਿਜ਼ਰਵਡ ਕੈਟਾਗਰੀ ਦੇ ਵਿੱਚ ਦੱਸਾਂਗੇ ਕਿ ਅਨਰਿਜ਼ਰਵਡ ਕੈਟਾਗਰੀ ਦੀ ਸਾਰੀਆਂ ਨੇ, ਭਾਵੇਂ ਇਹ ਸਾਰੇ ਦੇ ਸਾਰੇ ਅਨਰਿਜ਼ਰਵਡ ਕੈਟਾਗਰੀ ਦੇ ਵਿੱਚ ਆਉਂਦੇ ਨੇ, ਪਰ ਇਹਨਾਂ ਦੀ 39% ਹੀ ਪੋਸਟਾਂ ਬਣਦੀਆਂ ਨੇ ਜਿਹੜੇ ਕਿ ਕਿਸੇ ਕੈਟਾਗਰੀ ਦੇ ਵਿੱਚ ਨਹੀਂ ਆਉਂਦੀਆਂ, ਅਤੇ ਇਹ ਬਣਦੀਆਂ ਨੇ 1170 ਪੋਸਟਾਂ ਓਨਲੀ। ਠੀਕ ਹੈ, ਹੁਣ ਜੇ ਆਪਾਂ SC ਦੀ ਕਰਾਂਗੇ ਤਾਂ ਇਹਨਾਂ ਦੀ ਬਣਦੀ ਹੈ 600 MB ਅਤੇ RO ਦੀ ਮਿਲਾ ਕੇ ਦੋਵਾਂ ਦੀ, ਅਤੇ BC ਦੀ ਗੱਲ ਕਰਾਂਗੇ 10% ਮੰਨ ਕੇ 300, ਅਤੇ ਸੇਮ EWS ਦੀ ਕਰਦੇ ਹਾਂ ਆਪਾਂ 300। ਸੋ ਇਸ ਤਰੀਕੇ ਨਾਲ ਕੈਟਾਗਰੀ ਡਿਵਾਈਡੇਸ਼ਨ ਹੈ। ਹੁਣ ਆਪਾਂ ਗੱਲ ਕਰਾਂਗੇ 66-35 ਦਾ ਮਸਲਾ ਕੀ ਚੱਲ ਰਿਹਾ ਹੈ। ਜਿਹੜਾ ਆਪਾਂ ਗੱਲ ਕਰ ਰਹੇ ਹਾਂ 66-35 ਦੀ, 66-35 ਦੇ ਵਿੱਚ ਜੇਕਰ ਤੁਸੀਂ ਗੱਲ ਕਰਦੇ ਹੋ ਕਿ ਹੁਣ ਲਗਭਗ 1000 ਦੇ ਨੇੜੇ ਪੋਸਟਾਂ ਸੀ ਜਿਹੜੇ ਕੈਂਡੀਡੇਟਸ ਇਹਦੇ ਵਿੱਚ ਉਹ ਸੀ ਜਿਨ੍ਹਾਂ ਨੇ ਆਪਣੀ ਸਕਰੂਟਨੀ ਕਰਵਾ ਲਈ ਪਰ ਜੁਆਇਨਿੰਗ ਨਹੀਂ ਕੀਤੀ, ਜਾਂ ਕੋਈ ਵਿਦ ਹੈਲਡ ਵਾਲਾ ਕੈਂਡੀਡੇਟ ਹੈ, ਜਾਂ ਫਿਰ ਐਕਸ ਸਰਵਿਸਮੈਨ ਦੀਆਂ ਜਿਹੜੀਆਂ ਪੋਸਟਾਂ ਖਾਲੀ ਰਹਿ ਗਈਆਂ ਸੀ, ਉਹਨੂੰ ਕੁੱਲ ਮਿਲਾ ਕੇ ਲਗਭਗ 1000 ਦੇ ਨੇੜੇ ਤੇੜੇ ਪੋਸਟਾਂ ਆਪਣੀਆਂ ਪੈਂਡਿੰਗ ਨੇ ਇਹਦੇ ਵਿੱਚ। ਹੁਣ ਹੋਇਆ 66-35 ਦਾ ਇਹ ਮਸਲਾ ਹੈ ਕਿ ਹੁਣ ਹੋਇਆ ਇਹਦੇ ਵਿੱਚ ਇਹ ਕਿ ਜਿਹੜੀ ਇਹ ਰਹਿ ਗਈਆਂ ਸੀ ਤਾਂ ਉਹ ਗੌਰਮੈਂਟ ਨੇ ਡੀ ਰਿਜ਼ਰਵ ਪੋਸਟਾਂ ਕਰਤੀਆਂ। ਡੀ ਰਿਜ਼ਰਵ ਮਤਲਬ ਇਹਦਾ ਇਹ ਹੁੰਦਾ ਹੈ ਜਿਹਨਾਂ ਨੂੰ ਕੋਈ ਨਹੀਂ ਲੈ ਰਿਹਾ, ਹੁਣ ਉਹ ਅਨਰਿਜ਼ਰਵਡ ਕੈਟਾਗਰੀ ਦੇ ਵਿੱਚ ਪਾ ਦਿੱਤੀਆਂ ਨੇ ਇਹ ਜਿਹੜੀਆਂ ਪੋਸਟਾਂ ਨੇ। ਅਨਰਿਜ਼ਰਵਡ ਕੈਟਾਗਰੀ ਦਾ ਮਤਲਬ ਮੈਂ ਫਿਰ ਤੁਹਾਨੂੰ ਦੱਸ ਰਹਾਂਗਾ ਕਿ ਜਨਰਲ ਤੋਂ ਮੇਰਾ ਮਤਲਬ ਨਹੀਂ ਹੈ, ਅਨਰਿਜ਼ਰਵਡ ਤੋਂ। ਅਨਰਿਜ਼ਰਵਡ ਦਾ ਮਤਲਬ ਹੈ ਇਹ ਸਾਰੇ ਦੇ ਸਾਰਿਆਂ ਨੂੰ ਇਸ ਦਾ ਬੈਨੀਫਿਟ ਮਿਲੇ। ਅਨਰਿਜ਼ਰਵਡ ਕੈਟਾਗਰੀ ਦੇ ਵਿੱਚ ਇਹ ਆਉਂਦਾ, ਪਰ ਇਹ ਅਨਰਿਜ਼ਰਵਡ ਕੈਟਾਗਰੀ ਜਾਂ ਇਹਨੂੰ ਓਪਨ ਕੈਟਾਗਰੀ ਕਹਿ ਲਓ ਤੁਸੀਂ, ਇਸ ਕੈਟਾਗਰੀ ਦੇ ਵਿੱਚ ਹੀ ਇਹ ਗੌਰਮੈਂਟ ਦਾ ਰੂਲ ਹੈ, ਜਿਹੜੀ ਵੀ ਕੋਈ ਵੀ ਭਰਤੀ ਹੋਵੇ ਅਗਰ ਉਹ ਡੀ ਰਿਜ਼ਰਵ ਕੀਤੀ ਜਾਵੇਗੀ ਤਾਂ ਉਹ ਓਪਨ ਕੈਟਾਗਰੀ ਦੇ ਵਿੱਚ ਹੀ ਇਹ ਪੋਸਟਾਂ ਪਾਈਆਂ ਜਾਣਗੀਆਂ, ਕਿਉਂਕਿ ਓਪਨ ਕੈਟਾਗਰੀ ਦੇ ਵਿੱਚ ਸਾਰੇ ਦੇ ਸਾਰੇ ਕੈਂਡੀਡੇਟ ਹੁੰਦੇ ਨੇ, ਇਸ ਦੇ ਸਾਰੀ ਕਾਸਟਾਂ ਹੁੰਦੀ ਨੇ ਭਾਵੇਂ ਅਦਰ, ਤਾਂ ਇਸ ਦਾ ਬੈਨੀਫਿਟ ਲਗਭਗ ਸਾਰੇ ਕੈਂਡੀਡੇਟਸ ਨੂੰ ਹੁੰਦਾ ਹੈ। ਪਰੰਤੂ ਗੱਲ ਇਹ ਹੈ ਹੁਣ SC ਵਾਲੇ ਕਿਉਂ ਕਹਿ ਰਹੇ ਨੇ, ਜਾਂ SC BC ਹੈ ਜਿਨ੍ਹਾਂ ਨੇ ਵੀ ਕੇਸ ਕੀਤਾ ਹੋਇਆ 66-35 ਦੇ ਉੱਪਰ ਵੀ ਸਾਨੂੰ ਵੀ ਇਸ ਤਰੀਕੇ ਨਾਲ, ਉਹ ਇਸ ਕਰਕੇ ਕਹਿ ਰਹੇ ਨੇ ਕਿ ਵੀ ਹੁਣ ਦੇਖੋ ਜਨਰਲ ਦੇ ਕੈਂਡੀਡੇਟਸ ਨੇ ਜਿਹੜੇ, ਉਹਨਾਂ ਨੂੰ ਤਾਂ ਚਲੋ ਬੈਨੀਫਿਟ ਇਸ ਦੇ ਵਿੱਚ ਹੋ ਹੀ ਰਿਹਾ ਸਿੱਧੇ ਤੌਰ 'ਤੇ, ਕਿਉਂਕਿ SC ਅਤੇ BC ਦੇ ਜਿਹੜੇ ਕੈਂਡੀਡੇਟਸ ਨੇ ਉਹ ਪਹਿਲਾਂ ਆਪਣੇ ਕੋਟੇ ਲੈ ਕੇ ਇਸ ਦੇ ਵਿੱਚ ਲੱਗ ਚੁੱਕੇ ਨੇ। ਕਿਉਂਕਿ ਜੇਕਰ ਤੁਸੀਂ BC ਦੀ ਮੈਰਿਟ ਦੇਖੋ ਤਾਂ ਇਹ ਲਗਭਗ 59-60 ਦੇ ਨੇੜੇ ਤੇੜੇ ਚੱਲ ਰਹੀ ਹੈ ਅੱਜ ਦੀ ਡੇਟ ਦੇ ਵਿੱਚ, ਜਾਂ ਫਿਰ ਹੁਣ ਤੁਸੀਂ SC ਜਾਂ ਇਹਨਾਂ ਦੀ ਮਤਲਬ ਇਹਨਾਂ ਦੇ 60 ਤੱਕ ਦੇ ਜਿਹੜੇ ਬੰਦੇ ਨੇ ਇਹ ਲਗਭਗ ਮਤਲਬ ਉਹ ਲੱਗ ਚੁੱਕੇ ਨੇ ਜੇਕਰ ਤੁਸੀਂ ਗੱਲ ਕਰੋ। ਪਰੰਤੂ ਹੁਣ ਜਿਹੜੀ ਉੱਪਰ ਬੰਦੇ ਰਹਿ ਗਏ, ਜਿਵੇਂ 65 ਸੀ ਪਹਿਲਾਂ ਚੱਲ ਰਹੀ ਸੀ ਜਨਰਲ ਦੀ ਮੈਰਿਟ ਹੈ, ਹੁਣ 65 ਤੋਂ ਥੱਲੇ ਤੱਕ ਅਗਰ ਆਪਾਂ ਆਵਾਂਗੇ ਮੈਕਸੀਮਮ ਜਨਰਲ ਕੈਟਾਗਰੀ ਦੇ ਬੰਦੇ ਹੀ ਨੇ। ਸੋ ਇਸ ਕਰਕੇ ਹੁਣ ਇਹ ਬੈਨੀਫਿਟ ਹੁਣ ਜਨਰਲ ਨੂੰ ਹੀ ਜ਼ਿਆਦਾ ਮਿਲੇਗਾ ਇਸ ਦੇ ਵਿੱਚ। ਪਰੰਤੂ ਗੌਰਮੈਂਟ ਵੀ ਇਹਦੇ ਵਿੱਚ ਕੁਛ ਨਹੀਂ ਕਰ ਸਕਦੀ, ਕਿਉਂਕਿ ਇਹ ਰੂਲ ਵੀ ਗੌਰਮੈਂਟ ਦਾ ਹੀ ਬਣਾਇਆ ਅਤੇ ਗੌਰਮੈਂਟ ਹਮੇਸ਼ਾ ਰੂਲਸ ਦੇ ਅਕੋਰਡਿੰਗ ਚੱਲਦੀ ਹੁੰਦੀ ਹੈ। ਠੀਕ ਹੈ, ਸੋ ਹੁਣ ਆਪਾਂ ਅੱਗੇ ਗੱਲ ਕਰਾਂਗੇ ਇੱਕ ਹੋਰ ਜਿਹੜਾ ਮਸਲਾ ਚੱਲ ਰਿਹਾ ਹੈ, ਜਿਹੜਾ ਕਿ ਹੁਣ ਇੱਕ ਆਉਣ ਵਾਲੀ ਭਰਤੀ ਆਪਣੀ 59-94 ਹੈ ਜਿਹੜੀ ਕਿ ਹੁਣ ਸ਼ੁਰੂ ਹੋਣ ਜਾ ਰਹੀ ਹੈ, ਬੜੀ ਛੇਤੀ ਰਿਜ਼ਲਟ ਆ ਜਾਏਗਾ ਇਹਦਾ, ਅਤੇ ਉਹ ਇਸ ਦੇ ਵਿੱਚ ਵੀ 2900 ਜਿਹੜੀ 94 ਪੋਸਟਾਂ ਨੇ ਉਹ ਵੀ ਅਗਰ ਹੋਣਗੀਆਂ ਤਾਂ ਉਹ ਵੀ ਇਨ ਫਿਊਚਰ ਜਿਹੜਾ ਕਿ ਪੂਰਾ ਚਾਂਸ ਹੈ ਉਹ ਵੀ ਓਪਨ ਕੈਟਾਗਰੀ ਦੇ ਵਿੱਚ ਹੀ ਡੀ ਰਿਜ਼ਰਵ ਹੋ ਸਕਦੀਆਂ ਨੇ, ਨਹੀਂ ਤਾਂ ਇਹਨਾਂ ਦਾ ਕੋਈ ਮਤਲਬ ਉਹ ਨਹੀਂ ਹੋ ਸਕਦਾ ਜੇ ਅਕੋਰਡਿੰਗ ਟੂ ਗੌਰਮੈਂਟ ਰੂਲ ਇਹ ਹੈ। ਸੋ ਸਾਰੇ ਦੇ ਸਾਰੇ ਕੈਂਡੀਡੇਟਸ ਆਈ ਹੋਪ ਕਿ ਮੇਰਾ ਜੋ ਤੁਹਾਨੂੰ ਸਾਰਿਆਂ ਨੂੰ ਇੱਕ ਮੈਸੇਜ ਪਹੁੰਚਾਉਣ ਦਾ ਮਤਲਬ ਹੈ
ਮਤਲਬ ਇਹੀ ਹੈ ਕਿ ਕੋਈ ਵੀ ਕਿਸੇ ਨੂੰ ਕੇਸ ਵਗੈਰਾ ਨਾ ਕਰੋ, ਕਿਉਂਕਿ ਜਿਹੜੀ ਇਸ ਦੇ ਵਿੱਚ ਸਿਰਫ ਡਿਲੇ ਹੀ ਹੁੰਦੀ ਹੈ। ਰੂਲਸ ਗੌਰਮੈਂਟ ਦੇ ਪਹਿਲਾਂ ਹੀ ਬਣੇ ਹੁੰਦੇ ਨੇ। ਸੋ ਸਾਰੇ ਦੇ ਸਾਰੇ ਕੈਂਡੀਡੇਟਸ ਨੂੰ ਇਹੀ ਮੈਂ ਕਹੂੰਗਾ ਕਿ ਕੋਈ ਕਿਸੇ ਨੂੰ ਕੇਸ ਵਗੈਰਾ ਕਰਕੇ ਇਸ ਨੂੰ ਭਰਤੀ ਨੂੰ ਜ਼ਿਆਦਾ ਲੰਬਾ ਨਾ ਖਿੱਚੋ। ਸੋ ਆਈ ਹੋਪ ਕਿ ਸਾਰਿਆਂ ਨੂੰ ਮੇਰੀ ਜੇਕਰ ਐਡਵਾਈਸ ਵਧੀਆ ਲੱਗੇ ਤਾਂ ਜ਼ਰੂਰ ਸਾਰੇ ਲੋਕਾਂ ਨੂੰ ਸ਼ੇਅਰ ਕਰਨਾ। ਸੋ ਸਾਰੇ ਕੈਂਡੀਡੇਟਸ ਨੂੰ ਮੈਂ ਵੱਧ ਤੋਂ ਵੱਧ, ਮੈਂ ਤਾਂ ਰੱਬ ਅੱਗੇ ਇਹੀ ਦੁਆ ਕਰਦਾ ਕਿ ਫਟਾਫਟ 66-35 ਦੀਆਂ ਲਿਸਟਾਂ ਆਉਣ, ਅੱਗੇ ਇਹ ਜਿਹੜੀ 59-94 ਇਹ ਵੀ ਭਰਤੀ ਫਟਾਫਟ ਕੰਪਲੀਟ ਹੋਵੇ, ਕਿ ਸਾਰੇ ਦੇ ਸਾਰੇ ਜਿਨ੍ਹਾਂ ਨੇ ਆਪਣੀ ਮਿਹਨਤ ਕੀਤੀ ਉਹਨਾਂ ਨੂੰ ਉਸ ਦਾ ਫਲ ਮਿਲੇ। ਕਿਉਂਕਿ ਇਹ ਕੇਸ ਵਗੈਰਾ ਨਾਲ ਸਿਰਫ ਡਿਲੇ ਹੀ ਹੋ ਸਕਦੀਆਂ ਨੇ ਭਰਤੀਆਂ, ਹੋਰ ਕੁਛ ਨਹੀਂ ਹੋ ਸਕਦਾ। ਸੋ ਆਈ ਹੋਪ ਆਲ ਦਾ ਬੈਸਟ ਕੈਂਡੀਡੇਟਸ। ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਸਾਰਿਆਂ ਨੂੰ ਲਾਹੇਵੰਦ ਲੱਗੀ ਹੋਵੇਗੀ। ਜੇ ਵਧੀਆ ਲੱਗੀ ਹੋਵੇ ਜਾਂ ਕੋਈ ਹੋਰ ਕੁਐਸਚਨ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪੁੱਛ ਸਕਦੇ ਹੋ ਮੈਨੂੰ, ਮੈਂ ਸਾਰਿਆਂ ਦਾ ਆਨਸਰ ਜ਼ਰੂਰ ਦੇਣਾ ਜਿੱਥੇ ਤੱਕ ਮੈਨੂੰ ਨੌਲੇਜ ਹੁੰਦੀ ਹੈ। ਸੋ ਓਕੇ ਕੈਂਡੀਡੇਟਸ, ਥੈਂਕ ਯੂ।